साध संगत आओ जितने भी आप ਸਰਬੱਤ ਹੀ ਮਾਈ ਅਤੇ ਭਾਈ ਗੁਰੂ ਗਿਆਨ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਦੇ ਸਮੇਂ ਤੇ ਸਵਾਸਾਂ ਨੂੰ ਸਫਲ ਕਰਨ ਦੇ ਲਈ ਸਤਿਗੁਰੂ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੇ ਹੋ। ਸਾਰੀ ਹੀ ਸੰਗਤ ਰਹਿੰਦੇ ਸਮੇਂ ਨੂੰ ਸਫਲ ਕਰੀਏ। ਸਾਰੇ ਪ੍ਰੇਮੀ ਸ਼ਬਦ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਿਆ ਕਰੋ। ਪਹਿਲਾਂ ਦਾਸ ਬੋਲੇਗਾ, ਉਪਰੰਤ ਸਾਰਾ ਜਥਾ ਤੇ ਭਾਈ, ਔਰ ਤੀਸਰੇ ਹਿੱਸੇ 'ਚ ਸਾਰੀਆਂ ਹੀ ਸਤਿਕਾਰਯੋਗ ਮਾਤਾਵਾਂ ਸ਼ਬਦ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰੋ ਔਰ ਰਹਿੰਦੇ ਸਮੇਂ ਨੂੰ ਵੀ ਆਪਾਂ ਸਾਰੀ ਸੰਗਤ ਸਫਲ ਕਰ ਸਕੀਏ।
ਜੀ ਜਪ ਮਨ ਮੇਰੇ ਸਦਾ ਸਤਿਨਾਮ, ਜਪ ਮਨ ਮੇਰੇ ਸਦਾ ਸਤਿਨਾਮ। ਜਾਕੇ ਵਸੈ ਕਾਮ ਤੀਨਾ, ਸੋ ਐਸਾ ਹਰਿਆ ਮੇਰੇ ਜੀੜੇ, ਸੰਸਾਰ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈਐ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜੈ ਹਰਿ ਸਿਮਰਨ ਪ੍ਰਿਆ ਦੇਵ ਪਾਦ ਗਤ ਕੀਨੀ, ਬੜ ਭਾਗੀ ਹਰਿ ਜਪਨਾ। ਜਨ ਨਾਨਕ ਗੁਰੇ ਮਤਿ ਦੀਨੀ, ਜਪ ਹਰਿ ਭਵ ਦਿਲ ਤਰਨਾ। ਜੀ ਭਵ ਦਿਲ ਤਰ ਜਾਣਗੇ ਨਾਮ ਨੂੰ ਜਪਣੇ ਵਾਲੇ, ਭਵ ਦਿਲ ਤਰ ਜਾਣਗੇ ਨਾਮ ਨੂੰ ਜਪਣੇ ਵਾਲੇ।
नाम जपने वाले सब जग कर जाने नाम जपने वाले 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 जपने वाले ਸਤਿਗੁਰੂ ਜੀ ਦੀ ਸਥਾਪੀ ਦਿਨ ਵਾਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, जितने भी आप सर्वत ही माई ਅਤੇ ਭਾਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਾਜ਼ਰੀ ਦੇ ਅੰਦਰ ਆਪ ਦੇ ਸਮੇਂ ਤੇ ਸਵਾਸਾਂ ਨੂੰ ਸਫਲ ਕਰਨ ਦੇ ਲਈ ਗੁਰੂ ਗਿਆਨ ਦੀ ਪਾਵਨ ਪਵਿੱਤਰ ਗੋਦ ਦੇ ਜੁੜ ਬੈਠੇ ਹੋ ਸਾਰੀ ਹੀ ਸੰਗਤ ਗੁਰੂ ਗਿਆਨ ਦੀ ਗੁਰੂ ਫਤਿਹ ਨੂੰ ਪ੍ਰਵਾਨ ਕਰੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸਰਬਜੋਤ ਸਿੰਘ ਜੀ ਜੋ ਸ੍ਰੀ ਹਜ਼ੂਰ ਸਿੰਘ ਜੀ ਮਹਾਰਾਜ ਸੰਤ ਬਾਬਾ ਮੀਹਾਂ ਸਿੰਘ ਜੀ ਮਹਾਂਪੁਰਖ ਸਿਆੜ ਸਾਹਿਬ ਵਾਲੇ ਅਤੇ ਕਵੀਤਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਆਗਮਨ ਦਿਹਾੜੇ ਤੇ ਮਹਾਂਪੁਰਖਾਂ ਦਾ ਜਨਮ ਦਿਹਾੜਾ ਬੜੇ ਸ਼ਰਧਾ ਤੇ ਸਤਿਕਾਰ ਤੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਮਹਾਰਾਜ ਦਾ ਓਟ ਆਸਰਾ ਲੈ ਕੇ ਮਨਾਉਂਦੇ ਹਨ। ਇਸ ਗ੍ਰਹਿ ਵਿਖੇ ਬੇਅੰਤ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਕੇ ਔਰ ਜਿਵੇਂ ਜਿਵੇਂ ਮਹਾਂਪੁਰਖਾਂ ਨੇ ਸਤਿਗੁਰਾਂ ਨੂੰ ਗੁਰਮੁਖ ਪਿਆਰਿਆਂ ਨੂੰ
ਗੁਰੂ ਕੇ ਕੀਰਤਨੀਆਂ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਦਾ ਪੁੱਤਰ ਭੇਜਿਆ ਹੁੰਦਾ ਹੈ। ਮਹਾਂਪੁਰਖ ਸਮੇਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਦੇ ਹਨ ਅਤੇ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਗੁਰਮਤਿਆਂ ਵਿਚਾਰਾਂ ਨਾਲ ਨਿਹਾਲ ਕਰਦੇ ਹਨ। ਆਓ ਸੰਧਿਆ ਦੇ ਸਮੇਂ ਦੇ ਅਨੁਸਾਰ ਆਪ ਜੀ ਨੇ ਸ੍ਰੀ ਰਹਿਰਾਸ ਸਾਹਿਬ ਜੀ ਦੀ ਗੁਰਬਾਣੀ ਦੇ ਪਾਠ ਸਰਵਣ ਕੀਤੇ ਔਰ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰਿਆਂ ਦੇ ਕੋਲੋਂ ਆਪ ਜੀ ਨੇ ਗੁਰਬਾਣੀ ਦੇ ਕਥਾ ਕੀਰਤਨ ਸਰਵਣ ਕੀਤੇ ਹਨ। ਕੁਝ ਸਮਾਂ ਆਪਣੇ ਕੋਲ ਬਾਕੀ ਹੈ, ਉਹ ਰਹਿੰਦੇ ਸਮੇਂ ਨੂੰ ਵੀ ਸਾਰੀ ਸੰਗਤ ਆਪਾਂ ਸਫਲ ਕਰ ਸਕੀਏ। ਆਪ ਜੀ ਨੂੰ ਬਹੁਤ ਹੀ ਸਤਿਕਾਰਯੋਗ ਮਹਾਂਪੁਰਖਾਂ ਨੇ ਵੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਪਾਵਨ ਪਵਿੱਤਰ ਨਾਮ ਜਪਾਇਆ। ਜਿਵੇਂ ਆਪਾਂ ਵੀ ਗੁਰਬਾਣੀ ਦਾ ਸ਼ਬਦ ਪੜ੍ਹਿਆ ਤੇ ਉੱਥੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਕਿਸੇ ਸਮੇਂ ਗੁਰਸਿੱਖ ਸੰਗਤਾਂ ਨੇ ਗੁਰਮੁਖ ਪਿਆਰੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦੀਦਾਰ ਸੰਗਤਾਂ ਕਰਦੀਆਂ ਸੀ। ਕੁਝ ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਹਰ ਮਤਾਂ ਮਤੰਤਰਾਂ ਦੇ ਅਨੁਸਾਰ ਕੋਈ ਨਾ ਕੋਈ ਨਾਮ ਜਪਦਾ ਹੈ। ਕੋਈ ਕਹਿੰਦਾ ਵੀ ਆਹ ਨਾਮ ਜਪਣ ਦੇ ਨਾਲ ਆਹ ਕਾਰਜ ਦੀ ਸਿੱਧੀ ਹੋ ਜਾਂਦੀ ਹੈ, ਕੋਈ ਕਹਿੰਦਾ ਆਹ ਕਾਰਜ ਦੀ ਸਿੱਧੀ ਹੋ ਜਾਂਦੀ ਹੈ ਆਹ ਨਾਮ ਜਪਿਆ ਤੇ। ਕੀ ਤੁਹਾਡੇ ਘਰ ਦੇ ਵਿੱਚ ਵੀ ਕੋਈ ਐਸਾ ਨਾਮ ਹੈ ਜਿਹਦੇ ਜਪਣ ਦੇ ਨਾਲ ਕੋਈ ਕਾਰਜ ਸਿੱਧੀ ਹੋ ਜਾਂਦੀ ਹੋਵੇ? ਸਤਿਗੁਰੂ ਜੀ ਮਹਾਰਾਜ ਜੀ ਕਹਿੰਦੇ ਹਾਂ ਭਾਈ, ਸਾਡੇ ਘਰ ਦੇ ਵਿੱਚ ਵੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕਹਿ ਵਸ ਹੈ ਕਾਮ ਤੇਨਾ। ਜਿਵੇਂ ਹਿੰਦੂ ਮਤ ਦੇ ਗ੍ਰੰਥਾਂ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਕਿ ਕਾਮ ਤਿਨ ਗਾ ਕਲਪ ਬ੍ਰਿਛਾਦਿਕ, ਜਿੱਥੇ ਕਾਮ ਤਨ ਗਾਂ ਹੋਵੇ ਕਹਿੰਦੇ ਉੱਥੇ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ, ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਰਹਿੰਦੀ। ਜਾਂ ਕਲਪ ਬ੍ਰਿਛਾਦਿਕ ਦਰਖਤ ਹੋਵੇ, ਔਰ ਮਹਾਂਪੁਰਖਾਂ ਦਾ ਜ਼ਿਕਰ ਹੈ ਵੀ ਇਹ ਕਾਮ ਤਿਨ ਗਾਂ ਤੇ ਕਲਪ ਬ੍ਰਿਛਾਦਿਕ ਇਹ ਮਾਤ ਲੋਕ ਦੀ ਧਰਤੀ ਦਿੱਤਾ ਨਹੀਂ, ਸਵਰਗ ਦੀਆਂ ਵਸਤੂਆਂ ਮੰਨੀਆਂ ਜਾਂਦੀਆਂ। ਪਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਵੀ ਕਾਮ ਤਿਨ ਕਲਪ ਬ੍ਰਿਛਾਦਿਕ ਜੋ ਵੀ ਹੈ ਉਹ ਪ੍ਰਮਾਤਮਾ ਦਾ ਨਾਮ ਹੀ ਹੈ। ਜਾ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ। ਮਨ ਮਹਾਰਾਜ ਨੇ ਤਾਂ ਲਿਖਿਆ ਵੀ ਤਾਂ ਤੈਨੂੰ ਸਰਬ ਸੁਖ ਪ੍ਰਾਪਤ ਹੋ ਸਕਦੇ ਨੇ ਜੇ ਤੂੰ ਧਿਆਏਗਾ। ਸੰਗਤ ਦੇ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਵੀ ਜ਼ਿਕਰ ਕੀਤਾ। ਕੋਈ ਵੀ ਕਾਰਜ ਹੈ ਜਿਹੜਾ ਵੀ ਪ੍ਰਮਾਤਮਾ ਦਾ ਚਿੰਤਨ ਕਰਦਾ ਹੈ, ਨਾਮ ਜਪਦਾ ਹੈ, ਉਹਨਾਂ ਦਾ ਲੋਕ ਦੇ ਪਰਲੋਕ ਸਵਰ ਜਾਂਦਾ ਹੈ। ਮਹਾਰਾਜ ਕਹਿੰਦੇ ਵੀ ਜੇ ਤੁਸੀਂ ਧਿਆਓਗੇ ਫਿਰ ਤੁਹਾਡੇ ਕਾਰਜ ਦੀ ਸਿੱਧੀ ਹੋ ਜਾਏਗੀ। ਵੀ ਧਿਆਉਣਾ ਹੀ ਔਖਾ ਹੈ, ਜਪਣਾ ਹੀ ਔਖਾ ਹੈ। ਧਿਆਉਣ ਦੇ ਲਈ ਸਮਾਂ ਚਾਹੀਦਾ ਹੈ, ਕਿਉਂਕਿ ਇੱਕ ਚੀਜ਼ ਨੂੰ ਵਾਰ 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 ਧਿਆਈ ਜਾਣਾ, ਧਿਆਈ ਜਾਣਾ, ਧਿਆਈ ਜਾਣਾ। ਹਲਤ ਸੁਖ ਪਲਤ ਸੁਖ ਨਿਤ ਸੁਖ ਹਰ ਨਾਮ ਸਿਮਰਨ ਆਨੰਦਨ। ਕਿਉਂਕਿ ਮੈਂ ਇਸ ਕਰਕੇ ਜਿਵੇਂ ਅਥਾਹ ਸਮੁੰਦਰ ਹੈ, ਗੁਰਬਾਣੀ ਅੱਗੇ ਵਿਚਾਰ ਚੱਲਦੀ ਸੀ, ਮਹਾਂਪੁਰਖ ਜਪਾ ਰਹੇ ਸੀ
ਉਸ ਤੋਂ ਹੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਮਹਾਂਪੁਰਖਾਂ ਨੇ ਜਿਉਂ ਬੁਲਾਵਿਆ ਤਿਉਂ ਬੋਲਾ ਸੁਆਮੀ। ਇਹਦੀ ਬਰਕਤ ਬਹੁਤ ਵੱਡੀ ਹੈ। ਜਿਵੇਂ ਆਪਾਂ ਕਹਿੰਦੇ ਨੇ ਵੀ ਇੱਕ ਵਾਰੀ ਨਾਮ ਜਪਣ ਦਾ ਵੀ ਬਹੁਤ ਵੱਡਾ ਫਲ ਹੈ, ਪਰ ਉਹ ਕਮਾਇਆ ਹੋਵੇ। ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਏ। ਪਰ ਇੱਕ ਚੀਜ਼ ਨੂੰ ਕਮਾਇਆ, ਆਪਾਂ ਕਹਿੰਦੇ ਮੈਨੂੰ ਤਾਂ ਫਲ ਹੀ ਨਹੀਂ ਮਿਲਿਆ। ਮੈਂ ਇੱਕ ਵਾਰੀ ਕਿਹਾ, ਇੱਕ ਨੇ ਸੰਗਤ ਦੀ, ਜਿਵੇਂ ਸੰਜੀ ਮਹਾਰਾਜ, ਸੰਤ ਬਾਬਾ ਜੀ, ਮੀਆਂ ਸਿੰਘ ਜੀ ਮਹਾਂਪੁਰਖਾਂ ਨੇ ਕਮਾਏ ਹੋਏ ਮਹਾਂਪੁਰਖਾਂ ਦੇ ਕਮਾਈ ਵਾਲਿਆਂ ਦੇ ਕੋਲੋਂ, ਉਹਨਾਂ ਦੀ ਸੰਗਤ ਦੇ ਵਿੱਚੋਂ ਜਾ ਕੇ ਉਹਨਾਂ ਦੇ ਦਰਸ਼ਨ ਕੀਤੇ। ਸ੍ਰੀ ਹਜ਼ੂਰ ਸੰਤ ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖਾਂ ਦੇ, ਕਿਉਂਕਿ ਉਹਨਾਂ ਨੇ ਵੀ ਕਮਾਇਆ। ਫਿਰ 1 ਲੱਖ ਦੀ ਨਹੀਂ ਵੀ ਜਿਵੇਂ ਜੀ ਮੇਰੀ ਝੋਲੀ 'ਚ ਨਾਮ ਦਿਓ, ਮੇਰੀ ਝੋਲੀ 'ਚ ਨਾਮ ਪਾਓ। ਤੇ ਸੰਗਤ ਜੀ ਮਹਾਂਪੁਰਖਾਂ ਨੇ ਵੀ ਭਾਂਡਾ ਦੇਖਿਆ ਵੀ ਭਾਂਡਾ ਤਿਆਰ ਹੈ। ਉਸ ਭਾਂਡੇ ਨੂੰ ਪਹਿਲਾਂ ਸੇਵਾ ਦੇ ਵੱਲ ਪ੍ਰੇਰਿਤ ਕਰਕੇ ਤਿਆਰ ਕੀਤਾ। ਸੇਵਾ ਦੇ ਨਾਲ ਭਾਂਡਾ ਸਿੱਧ ਹੁੰਦਾ ਹੈ। ਬੇਸ਼ੱਕ ਵੀ ਆਪਾਂ ਵੀ ਨਾਮ ਦਾ ਮੰਗਦੇ ਹਾਂ, ਪਰ ਨਾਮ ਦੀ ਵੈਲਿਊ ਆਪਾਂ ਨੂੰ ਵੀ ਨਹੀਂ ਪਤਾ ਵੀ ਹੈ ਕੀ ਚੀਜ਼ ਹੈ। ਇਹ ਚੀਜ਼ ਆਪਾਂ ਕਹਿ ਤਾਂ ਦਿੰਦੇ ਹਾਂ, ਮਹਾਂਪੁਰਖੋ ਮੇਰੇ ਤੇ ਕਿਰਪਾ ਕਰੋ, ਨਾਮ ਦਿਓ, ਮੈਨੂੰ ਨਾਮ ਦਿਓ। ਜਿਹੜੇ ਭਾਂਡੇ 'ਚ ਨਾਮ ਦੀ ਦਾਤ ਪਾਉਣੀ, ਉਹ ਭਾਂਡਾ ਤਾਂ ਆਪਣੇ ਕੋਲ ਤਿਆਰ ਹੀ ਨਹੀਂ ਹੈ। ਜਿਵੇਂ ਕਿਸੇ ਨੇ ਕਹਿਤਾ ਵੀ ਮੈਨੂੰ ਦੁੱਧ ਪਾ ਦਿਓ ਮੇਰੇ ਭਾਂਡੇ 'ਚ, ਮੇਰੇ ਭਾਂਡੇ 'ਚ ਦੁੱਧ ਪਾ ਦਿਓ। ਤੇ ਸੰਗਤ ਜੀ ਉਹ ਭਾਂਡਾ ਤਾਂ ਸਾਫ਼ ਕਰਨਾ ਹੀ ਪਏਗਾ ਨਾ। ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੈ, ਜਿਵੇਂ ਮਹਾਂਪੁਰਖ ਪ੍ਰਮਾਣ ਵੀ ਦਿੰਦੇ ਹੁੰਦੇ ਕਿ ਇੱਕ ਜ਼ਿਮੀਂਦਾਰ ਸਿੰਘ ਜੀ ਮਹਾਂਪੁਰਖਾਂ ਕੋਲ ਜਾਂਦਾ ਹੈ, ਰੋਜ਼ ਬੇਨਤੀ ਕਰਦਾ, ਮਹਾਂਪੁਰਖੋ ਮੇਰੇ ਘਰ ਵਿੱਚ ਚਰਨ ਪਾਓ, ਮੇਰੇ ਗ੍ਰਹਿ ਵਿਖੇ ਚਰਨ ਪਾਓ, ਮੈਨੂੰ ਨਾਮ ਦੀ ਦਾਤ ਦੇ ਦਿਓ। ਮਹਾਂਪੁਰਖਾਂ ਨੇ ਕਹਿਣਾ ਕੋਈ ਨਹੀਂ ਭਾਈ, ਸਮਾਂ ਬਣੇਗਾ, ਆਵਾਂਗੇ। ਪਰ ਸੰਗਤ ਜੀ ਸਬਕ ਬਣ ਗਿਆ। ਮਹਾਂਪੁਰਖਾਂ ਨੇ ਜਾਂਦਿਆਂ ਨੇ ਇੱਕ ਰਸਤੇ ਤੇ ਟੁੱਟਿਆ ਹੋਇਆ ਠੀਕਰਾ ਚੱਕ ਲਿਆ। ਉਸ ਜ਼ਿਮੀਂਦਾਰ ਦੇ ਪ੍ਰੇਮੀ ਦੇ ਘਰ ਮਹਾਂਪੁਰਖ ਪਹੁੰਚ ਜਾਂਦੇ ਨੇ। ਅੱਗੇ ਜ਼ਿਮੀਂਦਾਰ ਨੂੰ ਵੀ ਬੜਾ ਖੁਸ਼ੀ ਹੋਈ। ਆਸਣ ਲਾਏ, ਮਹਾਂਪੁਰਖੋ ਸਜੋ ਇੱਥੇ, ਅੱਜ ਮੇਰੇ ਲਈ ਸਮਾਂ ਬੜਾ ਧੰਨਤਾ ਦੇ ਯੋਗ ਹੈ। ਤੁਸਾਂ ਨੇ ਚਰਨ ਪਾਏ, ਮੈਂ ਕੀ ਸੇਵਾ ਕਰਾਂ ਮਹਾਂਪੁਰਖੋ। ਮਹਾਂਪੁਰਖ ਕਹਿੰਦੇ ਭਾਈ ਜੋ ਤੇਰੀ ਸਰਦਾ ਹੈ। ਮਹਾਂਪੁਰਖੋ ਦੁੱਧ ਲੈ ਕੇ ਆਉਣਾ ਹੈ। ਦੁੱਧ ਗਰਮ ਕੀਤਾ ਗਿਆ, ਕੋਲ ਲੈ ਆਇਆ। ਲਓ ਮਹਾਂਪੁਰਖੋ ਇਸ ਬਰਤਨ ਦੇ ਵਿੱਚ ਆਪ ਜੀ ਬੜੇ ਪਿਆਰ ਦੇ ਨਾਲ ਦੁੱਧ ਸੁੱਟੋ। ਮਹਾਂਪੁਰਖ ਕਹਿੰਦੇ ਲੈ ਭਾਈ ਠੀਕਰਾ ਕਰਤਾ ਹੈ ਤੇ ਦੁੱਧ ਪਾ ਦੇ। ਮਹਾਂਪੁਰਖੋ ਇਹ ਤਾਂ ਲਿਬੜਿਆ ਹੋਇਆ, ਇਹ ਭਾਂਡਾ ਬੜਾ ਸਾਫ਼ ਆ ਜੀ, ਮੈਂ ਦੁੱਧ ਪਾਇਆ। ਜਿਹੜਾ ਤੁਹਾਡੇ ਕੋਲੇ ਆਇਆ ਤੇ ਦੇਖੋ ਕਿੰਨੀ ਮੈਲ ਲੱਗੀ ਹੈ, ਕਿੰਨੀ ਮਿੱਟੀ ਲੱਗੀ ਹੈ, ਕਿੰਨੀ ਗੰਦਗੀ ਲੱਗੀ ਹੈ। ਮਹਾਂਪੁਰਖ ਕਹਿੰਦੇ ਵੀ ਮੇਰਾ ਭਾਂਡਾ ਹੈ, ਤੈਨੂੰ ਮੈਂ ਕਹਿ ਰਿਹਾ ਵੀ ਇਹ 'ਚ ਦੁੱਧ ਪਾ ਦੇ, ਤੈਨੂੰ ਕੀ ਤਕਲੀਫ ਹੈ। ਕਹਿੰਦਾ ਜੀ ਮੈਨੂੰ ਤਕਲੀਫ ਇਸ ਚੀਜ਼ ਦੀ ਹੈ ਕਿ ਦੁੱਧ ਕਿੰਨਾ ਸੁੰਦਰ ਹੈ, ਕਿੰਨਾ ਸਾਫ਼ ਹੈ, ਕਿੰਨਾ ਸੰਭਾਲ ਕੇ ਰੱਖਿਆ ਜਾਂਦਾ ਹੈ, ਕਿੰਨੀ ਕੀਮਤ ਹੈ। ਇਹ ਮੈਂ ਗੰਦੇ ਭਾਂਡੇ 'ਚ ਦੁੱਧ ਪਾਉਣ ਨੂੰ ਮੇਰਾ ਮਨ ਨਹੀਂ ਕਰਦਾ। ਮਹਾਂਪੁਰਖ ਕਹਿੰਦੇ ਤੂੰ ਉਸ ਦਿਨ ਦਾ ਕਹੀ ਜਾ ਰਿਹਾ ਮੈਨੂੰ ਨਾਮ ਦੇ ਦਿਓ, ਮੈਨੂੰ ਨਾਮ ਦੇ ਦਿਓ, ਮੇਰੇ ਤੇ ਕਿਰਪਾ ਕਰ ਦਿਓ। ਵੀ ਜੇ ਤੇਰਾ ਮਨ ਨਹੀਂ ਕਰ ਰਿਹਾ ਫਿਰ ਮੇਰਾ ਮਨ ਕਿਵੇਂ ਕਰਦਾ। ਤੂੰ ਨਾਮ ਤੋਂ ਵੀ ਜ਼ਿਆਦਾ ਕੀਮਤੀ ਆਪਣੇ ਦੁੱਧ ਨੂੰ ਰੱਖਿਆ ਹੋਇਆ। ਵੀ ਜੇ ਤੇਰਾ ਮਨ ਨਹੀਂ ਕਰ ਰਿਹਾ ਇਸ ਲਿਬੜੇ ਭਾਂਡੇ ਦੇ ਵਿੱਚ ਦੁੱਧ ਪਾਉਣ ਨੂੰ, ਫਿਰ ਮੇਰਾ ਮਨ ਵੀ ਕਰ ਨਹੀਂ ਰਿਹਾ ਤੇਰੀ ਮੱਤ ਦੇ ਵਿੱਚ ਪਰਮਾਤਮਾ ਦਾ ਨਾਮ ਟਪਾਉਣ ਨੂੰ ਤੇਰੇ ਹਿਰਦੇ 'ਚ। ਕਿਉਂਕਿ ਹਿਰਦਾ ਜਨਮ ਜਨਮ ਕੀ ਮਨ ਕੋ ਮਨ ਲਾਗੀ, ਕਾੜਾ ਹੋਆ ਸਵਾ ਖਨਲੇ ਧੋਤੀ ਪੂਜਨ ਨਾ ਹੋਵੇ ਜੇਸੋ ਧੋਵਣ ਪਾ। ਵੀ ਪਹਿਲਾਂ ਇਹਨੂੰ ਸਾਫ਼ ਸੁਥਰਾ ਕਰ। तो महापुरख जुक्तियां दे नाल वो महापुरखां दे कोलों संत जी महाराज संत बाबा मीयां सिंह जी महापुरखां ने कलेरा वाले महापुरखां की संगत दे विचों गुरु का साडा की है। ये नहीं भी जे आपां कहिए खंडे बाटे का अमृत छकिया कलगीधर महाराज की पहुल प्राप्त की। हाँ महापुरखां की संगत दे विचों संत जी महाराज जी नूं वो जुगती वो विधि प्राप्त हो गई
ਵੀ ਜੇ ਤੂੰ ਆਤਮਿਕ ਧਨ ਪ੍ਰਾਪਤ ਕਰਨਾ, ਬੇਸ਼ੱਕ ਦੀ ਬਾਹਰਲੀ ਮਾਇਆ ਤਾਂ ਸਾਡੇ ਕੋਲ ਆਉਂਦੀ ਜਾਂਦੀ ਰਹਿੰਦੀ ਹੈ, ਕੰਗਾਲ ਵੀ ਹੋ ਜਾਂਦਾ ਹੈ, ਵੀਰ ਵੀ ਹੋ ਜਾਂਦਾ ਹੈ, ਫਿਰ ਤੂੰ ਭਾਈ ਆਹ ਨਾਮ ਜਪਿਆ ਕਰ। ਤਦੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਪ ਮਨ ਸਤਿਨਾਮ ਸਦਾ ਸਤਿਨਾਮ। ਸਿੱਖ ਕਹਿੰਦੇ ਮਹਾਰਾਜ ਜੀ ਦੇ ਜਪਣ ਦਾ ਫਲ ਕੀ ਹੈ? ਗੁਰੂ ਜੀ ਕਹਿੰਦੇ ਹਲਤ ਪਲਤ ਲੋਕ ਤੇ ਪਰਲੋਕ ਦੇ ਵਿੱਚ ਮੁੱਖ ਉਜਲ ਹੋਈ ਹੈ। ਫਿਰ ਸਵਾਲ ਹੁੰਦਾ ਕਿੰਨੀ ਦੇਰ ਤੱਕ ਜਪਣਾ ਪਊ? ਅੱਗੇ ਮਹਾਰਾਜ ਜੀ ਕਹਿੰਦੇ ਹਲਤ ਪਲਤ ਮੁੱਖ ਉਜਲ ਹੋਈ, ਨਿਤ ਧਿਆਈਏ। ਕਿੰਨੀ ਦੇਰ ਤੱਕ ਧਿਆਣਾ ਪਊ? ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਸਾਡੀ ਜ਼ਿੰਦਗੀ ਦਾ ਹਰ ਰੋਜ਼ ਨਵਾਂ ਹੀ ਚੜ੍ਹਦਾ ਹੈ। ਹਰ ਇੱਕ ਮਨੁੱਖ ਦੀ ਅੰਮ੍ਰਿਤ ਵੇਲੇ ਜ਼ਿੰਦਗੀ ਨਵੀਂ ਸ਼ੁਰੂ ਹੋ ਜਾਂਦੀ ਹੈ। ਤੇ ਜਿੰਨੀ ਦੇਰ ਤੱਕ ਮਹਾਰਾਜ ਦੇ ਸਵਾਸ ਨੇ, ਦਿਨ ਰਾਤੀ ਆਰਾ ਤੋਂ ਪਿਆਰੇ ਨਿਮਕ ਨਾ ਕੀਜੈ ਢੀਲਾ। ਗੁਰੂ ਜੀ ਕਹਿੰਦੇ ਕਦਾਚਿਤ ਵੀ ਢਿੱਲ ਨਾ ਵਰਤ। ਨਾਮ ਜਪਦਿਆਂ ਖਿਨ ਢਿੱਲ ਨਾ ਕੀਜੈ ਮੇਰੀ ਜਿੰਦੜੀ ਏ, ਮਤ ਕੇ ਜਾਪੈ ਸਾਹੋ ਆਵੇ ਕੇ ਨਾ ਆਵੇ ਰਾਮ। ਮਹਾਂਪੁਰਖ ਸ਼ਬਦ ਹੀ ਬੜੇ ਜੇ ਕੰਮ ਚ ਢਿੱਲ ਨਾ ਵਰਤੀ। ਮਹਾਰਾਜ ਕਹਿੰਦੇ ਹੋਰ ਕਦੇ ਵਰਤਣੀ ਜੀ ਨਾਮ ਜਪਣ ਦੀ ਕਦੇ ਨਾ ਢਿੱਲ ਕਰੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਨਾਮ ਜਪਣ ਦੀ ਕਦੇ ਨਾ ਢਿੱਲ ਕਰੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਢਿੱਲ ਨਾ ਵਰਤ। ਜੇ ਢਿੱਲ ਵਰਤ ਲਈ ਇਹਦਾ ਕੋਈ ਪਤਾ ਨਹੀਂ, ਤੇਰੀ ਆਖਰੀ ਜ਼ਿੰਦਗੀ ਦਾ ਆਖਰੀ ਹੋਵੇ, ਆਖਰੀ ਸਵਾਸ ਹੋਵੇ ਸਾਡੀ ਜ਼ਿੰਦਗੀ ਦਾ। ਤੂੰ ਕੱਲ ਤੇ ਉਡੀਕ ਰੱਖਦਾ, ਕੱਲ ਤੇਰੀ ਜ਼ਿੰਦਗੀ ਚ ਆਵੇ ਨਾ ਆਵੇ। ਮਹਾਰਾਜ ਕਹਿੰਦੇ ਭਾਈ ਨਾਮ ਜਪਿਆ ਕਰ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਸਿੱਖ ਕਹਿੰਦੇ ਮਹਾਰਾਜ ਫਲ ਕੀ ਹੈ ਫਿਰ? ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈਏ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਲੋਕ ਤੇ ਪਰਲੋਕ ਚ ਮੁੱਖ ਉਜਲ ਹੋ ਜਾਏਗਾ ਨਾਮ ਦੇ ਨਾਲ। ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਭਿਆ ਤੈ ਉਪਾਦ ਗਤ ਕੀਨੀ ਬੜਭਾਗੀ। ਹਰ ਜਪਨਾ ਜਨ ਨਾਨਕ ਕੋ ਪਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਸਤਿਗੁਰੂ ਜੀ ਮਹਾਰਾਜ ਦਾਤੇ ਨੇ ਸੰਗਤ ਦੀ, ਗਰੀਬ ਨਵਾਜ ਮਹਾਰਾਜ ਦੇ ਭੰਡਾਰੇ ਭਰਪੂਰ ਨੇ, ਪਰ ਨਾਮ ਜਪਣ ਦੇ ਨਾਲ ਹੀ ਕਲਿਆਣ ਹੋਵੇਗੀ। ਮਹਾਰਾਜ ਕਹਿੰਦੇ ਗੁਰੂ ਦੇ ਦਰਸ਼ਨ ਕਰਨੇ,
ਗੁਰੂ ਦੇ ਬਚਨਾਂ ਤੇ ਚੱਲ ਕੇ ਜਿਹੜੇ ਸਤਿਪੁਰਸ਼ਾਂ ਦੇ ਬਚਨ ਕਮਾ ਲੈਂਦੇ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। अब कलु आयो रे एक नाम वो अर्थ नाही मत भरम भूलो भूलो। और कोई समा नहीं है। महापुरखा ने किन्ना नाम जपिया किन्ना नाम जपिया। क्योंकि संगत जी नाम की समझ आ गई सी भी नाम चीज की। आप नाम कह दें पर नाम की अपन समझ नहीं। संगत जी जिन्होंने नाम की समझ आ गई सेवा की समझ आ गई वो कदे सेवा छड्डदा नहीं है। जिवें एक छोटा जिहा बच्चा है उन्होंने ना तो 100 रुपये की पता भी 100 रुपये ना उन्होंने 5 रुपये का पता है। चाहे वो 100 का नोट रख दो चाहे 500 का नोट रख दो चाहे 2000 का वो निगाह च कागज नहीं है अजे तक। वो पकड़ेगा पाड़ के सुट देगा। जे 2000 का नोट है टुकड़े टुकड़े करके भगा के मारेगा। मां चपेट मारती है तेनों पता नहीं है तेरे बाप ने कितनी मेहनत दे नाल कमाया है। भी जे पता हुंदा है वो एक गल का मौका क्यों दिंदा है। उन्होंने जरूरी सीगा अपने मुंह के उपर चपेड़ा खानिया कि उन्हें सुखिया सी मैं अपनी मां तो मैं चपेड़ा खानिया ने सुखिया नहीं है। उन्हें पता ही नहीं है। जे पता होता है वो संभाल के रखता है। जिदन उन्हें पता लग जाता है हुण अज उसे बच्चे नूं कह भी पुत्र अज 2000 का नोट पाड़ के दिखा। वो कहूगा तेनों नहीं पता कितनी मेहनत दे नाल कमाया। जिन्हों नितनेम की कदर पता लग जाए तुसीं उहनूं कह के छड्डो भी तूं रह मेरे नाल चल छड्ड देगा नितनेम छड्डेगा। वो किन्नू कीमत नहीं पता। सानूं कीमत नहीं पता बाणी बाणी कहने जरूर आ सी गुरु कहने जरूर आ संगत कहने जरूर। संगत की कीमत का ही नहीं पता। जे कीमत का पूछना गुरु साहब जी महाराज जी को फिर पूछो महाराज जी की कीमत किन्नी है। महाराज कहते साई नाम ये मोल कीमत कोई जान। महाराज कहते कीमत का कोई जानता ही नहीं किन्नी की कीमत है। हर चीज की दुनिया के विच कीमत है। जे कीमत नहीं तो ना संगत की कीमत है ना नाम की कीमत है ते ना नाम जपण वाले की कोई कीमत है। नाम जपण वाले की भी कोई कीमत नहीं है। महाराज क्यों क्योंकि जे परमात्मा की कीमत नहीं भी तेरी कीमत ना पवै हो केवड़े आखा ना। महाराज कहते परमात्मा के नाम की कीमत नहीं पै सकती। संगत जी इसे करके गुरमुखा ने जिन्होंने महापुरखों के राही संगत करके कीमत का पता लग गया। नितनेम की चीज है समय की कितनी कीमत है वो किसी भी लिहाज से वो समा नहीं खंडाया। सतगुरु जी महाराज कृपा करते वो दाते ने आप जिन्होंने इस कीमत का पता लग गया उन्होंने समय को वजाई नहीं जान दिता। महापुरखा ने इन्ना समय को संभालिया इन्ना समय को संभालिया। पहला संसार प्रगट होने की इच्छा नहीं रखी जपण की इच्छा रखी जपया बस। गुरु जी कहते जेड़ा जपेगा जिन हर जपया से हर होए हर मिलिया केल कलाली। जो कीमत पता लग गया नाम की कीमत की है बाणी की कीमत की है। कबीर सोई मुख धन है जय मुख कहिए राम देही किसकी बापरी पवित्र होए गुरुग्राम। जे उन्होंने प्यारिਆਂ की कीमत नहीं फिर गुरु की कीमत की दे सकते हाँ। फिर गुरु की भी की कोई नहीं। पर जपन जिन्हों पता लग गया उन्हें प्रेरित किया भी तू जप उन्हें प्राप्त कर जप के प्राप्त होगा। जिमें आप एक छोटा जी साखी लै लो गुरु गोबिंद सिंह महाराज के जीवन की एक भावना है। आप अपने इष्ट के आप अपनी श्रद्धा है
ਸਤਿਗੁਰੂ ਜੀ ਮਹਾਰਾਜ ਦੇ ਪ੍ਰਤੀ ਭਾਵਨਾ ਹੈ ਗੁਰੂ ਦੇ ਪਿਆਰੇ ਦੀ। ਹੁਣ ਪਟਨਾ ਸਾਹਿਬ ਦੀ ਧਰਤੀ ਤੇ ਬਾਲਾ ਪ੍ਰੀਤਮ ਜੀ ਰਹਿੰਦੇ ਨੇ। ਸੰਗਤ ਜੀ ਬਾਲਾ ਪ੍ਰੀਤਮ ਜੀ ਰੋਜ਼ ਉਹਨਾਂ ਗਲੀਆਂ ਦੇ ਵਿੱਚ ਵੀ ਵਿਚਰਦੇ ਨੇ, ਖੇਡਦੇ ਨੇ। ਜੈਸੀ ਜੈਸੀ ਭਾਵਨਾ ਦੇ ਨਾਲ ਬਾਲਾ ਪ੍ਰੀਤਮ ਜੀ ਕੋਲ ਅਰਦਾਸ ਬੇਨਤੀ ਕੀਤੀ ਜਾਂਦੀ ਹੈ, ਸਤਿਗੁਰੂ ਸਾਹਿਬ ਜੀ ਮਹਾਰਾਜ ਉਹਨਾਂ ਤੇ ਕਿਰਪਾ ਕਰ ਦਿੰਦੇ ਨੇ। ਪੰਡਤ ਸਿਵਦੱਤ ਗੰਗਾ ਘਾਟ ਤੇ ਰਹਿੰਦਾ ਤੇ ਗੰਗਾ ਘਾਟ ਤੇ ਆਪ ਜੀ ਨੂੰ ਪਤਾ ਪਟਨਾ ਸਾਹਿਬ ਤੋਂ ਗੰਗਾ ਘਾਟ ਦਾ ਕਿੰਨਾ ਕੁ ਰਸਤਾ ਹੈ? ਕੋਈ ਖਾਸ ਰਸਤਾ ਨਹੀਂ, ਅੱਧਾ ਕਿਲੋਮੀਟਰ ਵੀ ਹੈ। ਇੱਕ ਭਾਵਨਾ ਹੈ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਉਹੀ ਰੂਪ ਨੇ, ਉਹੀ ਰਾਮ ਨੇ, ਉਹੀ ਸਾਹਮਣੇ, ਜਿਸ ਮੂਰਤੀ ਨੂੰ ਮੈਂ ਆਪਣੇ ਹਿਰਦੇ 'ਚ ਵਸਾ ਕੇ ਰੱਖਦਾ, ਸਦਾ ਰਾਮ 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 ਕਰ ਰਿਹਾ। ਤ੍ਰੇਤੇ ਯੁੱਗ ਦੇ ਭਗਵਾਨ ਨੇ ਰਾਮਚੰਦਰ, ਦੁਆਪਰ ਯੁੱਗ ਦੇ ਭਗਵਾਨ ਨੇ ਕ੍ਰਿਸ਼ਨ ਭਗਵਾਨ। ਫਿਰ ਮੇਰੇ ਤੇ ਕਿਰਪਾ ਕਰ, ਮੈਨੂੰ ਉਸੇ ਰੂਪ ਦੇ ਵਿੱਚ ਮੈਨੂੰ ਆ ਕੇ ਸਾਹਮਣੇ ਦਰਸ਼ਨ ਬਖਸ਼ਿਸ਼ ਕਰ। ਪਰ ਇਹ ਨਹੀਂ ਵੀ ਜੇ ਅੱਜ ਕਹਿਤਾ ਵੀ ਸਵੇਰ ਨੂੰ ਵੀ ਜੇ ਉਹੀ ਰੂਪ ਨੇ ਅੱਜ ਮੈਨੂੰ ਦਰਸ਼ਨ ਕਰਨਾ, ਤੇ ਪੰਡਤ ਸਿਵਦੱਤ ਨੂੰ ਵੀ ਬੈਠਣਾ ਹੀ ਪੈ ਗਿਆ। ਇਹਨੇ ਵੀ ਤੁਰ ਫਿਰ ਕੇ ਮੈਨੂੰ ਮੈਂ ਤਾਂ ਮੰਨਾਂਗਾ, ਜਿਵੇਂ ਆਪਣੀ ਮੈਂ ਤਾਂ ਇਹ ਤਾਂ ਮੰਨੂਗਾ, ਮੈਨੂੰ ਉਸ ਗੱਲ 'ਚ ਪ੍ਰਤੱਖ ਦੇਣਾ। ਸਿਆਣੇ ਦਾਨੇ ਪੁਰਸ਼ ਕਹਿੰਦੇ ਆ ਵੀ ਬ੍ਰਹਮ ਗਿਆਨੀ ਤੱਤ ਵੇਦਿਆਂ ਦਾ ਅੰਤ ਨਹੀਂ ਲੈਣਾ ਚਾਹੀਦਾ ਕਿਸੇ ਦਾ, ਨਾ ਗੁਰੂ ਦਾ ਨਾ ਕਮਾਈ ਵਾਲੇ ਦਾ। ਬੈਠਣਾ ਪੈ ਗਿਆ। ਰੋਜ਼ ਰਾਮ ਰਾਮ ਕਰਨ ਵਾਲਾ ਜਪਦਾ ਰਾਮ ਰਾਮ ਹੈ, ਪਰ ਧਿਆਨ ਬਾਲਾ ਪ੍ਰੀਤਮ ਤੇ ਜਪ ਰਿਹਾ ਰਾਮ ਰਾਮ, ਸ਼ਬਦ ਰਾਮ ਰਾਮ ਜਪ ਰਿਹਾ, ਪਰ ਧਿਆਨ ਬਾਲਾ ਪ੍ਰੀਤਮ ਤੇ। ਵੀ ਜੇ ਉਹੀ ਨੇ ਫਿਰ ਮੈਨੂੰ ਉਸ ਰੂਪ 'ਚ ਦਰਸ਼ਨ ਦੇ। ਜਪਦਿਆਂ ਇੱਕ ਦਿਨ ਨਹੀਂ, 2 ਦਿਨ ਨਹੀਂ, ਕਿੰਨਾ ਟਾਈਮ ਲੱਗਿਆ ਉਹ। ਜਪਦਾ ਤਾਂ ਪਹਿਲਾਂ ਵੀ ਸੀ, ਇਹ ਗੱਲ ਵੀ ਨਹੀਂ ਕਹਿ ਸਕਦੇ ਕਿ ਪਹਿਲਾਂ ਜਪਦਾ ਨਹੀਂ ਸੀ, ਹੋਣੀ ਸ਼ੁਰੂਆਤ ਹੋਈ ਸੀ। ਜਪ ਪਹਿਲਾਂ ਵੀ ਰਿਹਾ ਸੀ, ਟਕਾ ਵੀ ਸੀ। ਤੇ ਉਸ ਰੂਪ ਦੇ ਵਿੱਚ ਹੀ ਬਾਲਾ ਪ੍ਰੀਤਮ ਜੀ ਨੇ ਉਹਨਾਂ ਨੂੰ ਦਰਸ਼ਨ ਬਖਸ਼ਿਸ਼ ਕੀਤੇ। ਪੰਡਤ ਜੀ ਝਾਤ बस उतर गयो मेरे मन का संसार, जब तेरा दर्शन पाया। निहाल निहाल हो गया। उस तो उपरंत ऐसी कृपा हुई। हुण श्रद्धालु भी बहुत ने। पंडित सिवदत्त दे कोई ऐसी गल नहीं, इलाके दे विच जिवें गुरमुख प्यारे महापुरखां दे श्रद्धालु हुंदे ने, श्रद्धालु भी बहुत सी। आपो अपनी कामना लैके पंडित सिवदत्त जी को संगतां आउंदियां ने। पंडित जी साडी कामना आ, तुसीं बेनती करो भगवान दे अगे, तुसीं रब दे प्यारे हो। पर संगत जी नेड़े माता बसुंधरा देवी, जिन्हों राणी मैणी भी कहा जाता है, राजे फतेह चंद के घरों घर च औलाद नहीं, उन्हें भी इसे प्रति अरदास बेनती की है, पंडित सिवदत्त जी कृपा करो, घर विच राजगद्दी का मालक चाहिए। ते पंडित सिवदत्त ने नहीं गल कहती सी, जिन्हों मैं श्रद्धा दे नाल बाला प्रीतम नूं राम दे रूप दे विच देखिया, जां इसे वक्त दे उहदे कोल चली जा। कोई ज्यादा बिच नहीं है। संगत की भावना च फर्क है। सतगुरु महाराज जी पंडित सिवदत्त की भी भावना है, कोई ज्यादा बिच नहीं है, थोड़ी जी दूरी है उतों जेडे पटना साहब दर्शन करन गए ने। ते संगत जी राजा फतेह चंद के महल का भी ज्यादा फर्क नहीं है, वो भी अद्धा किलोमीटर भी नहीं होना बिच दी गलियां दे जाके स्थान।
ਤੇ ਤੋਰ ਨੂੰ ਇਹ ਗੱਲ ਕਹਿ ਸਕਦਾ ਪੰਡਤ ਸਿਰਦਰਦ, ਕਹਿੰਦੇ ਦੇਖੋ ਜੀ ਇਸ ਵਕਤ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਨੇ ਬਾਲਾ ਪ੍ਰੀਤਮ ਜੀ, ਸਾਰੀਆਂ ਦਾਤਾਂ ਦੇ ਮਾਲਕ ਨੇ, ਜੋ ਕੁਝ ਮੰਗੋਗੇ ਉਹੀ ਕੁਝ ਮਿਲ ਜਾਏਗਾ। ਪਰ ਇਹ ਤਾਂ ਨਹੀਂ ਕਿਹਾ ਵੀ ਤੂੰ ਉੱਥੇ ਜਾ ਕੇ ਬੇਨਤੀ ਕਰ ਲੈ, ਇਹ ਨਹੀਂ ਕਿਹਾ। ਨਾਲ ਟਾਈਮ ਵੀ ਕੁਝ ਨਹੀਂ ਸੀ, ਸਫ਼ਰ ਵੀ ਕੋਈ ਜ਼ਿਆਦਾ ਨਹੀਂ ਸੀ, ਕੋਈ ਲੰਬੀਆਂ ਦੂਰੀਆਂ ਨਹੀਂ ਸੀ, ਸਿਰਫ ਇੰਨੀ ਗੱਲ ਕਹਿਤੀ ਵੀ ਉਹਨਾਂ ਨੂੰ ਯਾਦ ਕਰ ਲੈ। ਯਾਦ ਤੇ ਜੋੜਿਆ, ਤੋਰਿਆ ਨਹੀਂ ਉੱਧਰ ਵੀ ਚਲੀ ਜਾ। ਤੈਨੂੰ ਜਾਣ ਦੀ ਲੋੜ ਨਹੀਂ, ਉਹ ਤੇਰੇ ਕੋਲੇ ਆ ਜਾਣਗੇ, ਯਾਦ ਕਰ। ਕਹਿੰਦੇ ਜੀ ਕਿਵੇਂ ਮੈਨੂੰ ਉਹਨਾਂ ਦੀ ਪ੍ਰਾਪਤੀ ਹੋਊਗੀ, ਦਰਸ਼ਨ ਕਿਵੇਂ ਹੋਣਗੇ ਉਹਨਾਂ ਦੇ? ਜਾ ਜਾ ਕੇ ਮਹੱਲ 'ਚ ਰੋਜ਼ ਯਾਦ ਕਰਿਆ ਕਰ ਉਸਨੂੰ। ਜਿੱਦਣ ਤੇਰੀ ਭਾਵਨਾ ਦੇ ਨਾਲ ਪ੍ਰੇਮਾ ਭਗਤੀ ਬਣ ਗਈ, ਉਦਣ ਉਹ ਖੁਦ ਆਪ ਆ ਜਾਣਗੇ। ਤੇ ਬੈਠਣਾ ਪਿਆ, ਜਪਣਾ ਪਿਆ। ਜਪ ਜਪ ਕੇ ਐਸੀ ਭਾਵਨਾ ਬਣ ਗਈ ਤੇ ਬਾਲਾ ਪ੍ਰੀਤਮ ਜੀ ਆਪ ਮਹੱਲ ਦੇ ਵਿੱਚ ਚੱਲ ਕੇ ਆਏ। ਕੋਈ ਜ਼ਿਆਦਾ ਲੰਬੀ ਦੂਰੀ ਨਹੀਂ ਸੀ। ਕਹਿ ਸਕਦੇ ਸੀ ਤੂੰ ਰੋਜ਼ ਦਰਸ਼ਨ ਕਰਿਆ ਕਰ ਉਹਨਾਂ ਦੇ, ਜੋ ਮੰਗੋਗੇ ਮਿਲੇਗਾ। ਪਰ ਮਿਲਦਾ ਦਰਸ਼ਨਾਂ ਦਾ ਫਲ ਹੈ। ਦਰਸ਼ਨਾਂ ਦੇ ਨਹੀਂ ਗੱਲ ਕਿ ਫਲ ਨਹੀਂ। ਰੋਜ਼ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਦਾ ਹੋਵੇ, ਸਿਫਤ ਖਸਮ ਦੀ ਉਹ ਅਰਸ ਤੋਂ ਕੁਰਸ ਤੋਂ ਝੜੀ ਹੈ, ਤੁਧ ਡਿੱਠੇ ਸੱਜੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀ ਹੈ। ਫਲ ਹੈ ਪਰ ਜਪਣਾ ਪੈਣਾ ਹੀ ਹੈ। ਜਿਨ ਹਰ ਜਪਿਆ ਸੇ ਹਰ ਹੋਏ। ਬਾਲਾ ਪ੍ਰੀਤਮ ਜੀ ਨੂੰ ਯਾਦ ਕਰਦੇ ਰਹੇ। ਇੱਕ ਦਿਨ ਫਿਰ ਆ ਗਏ ਮਹਾਰਾਜ ਸੱਚੇ ਪਾਤਸ਼ਾਹ, ਪਰ ਜਪ ਜਪ ਕੇ, ਪਰ ਜਪਣਾ ਹੀ ਔਖਾ ਹੈ। ਜਿਹੜੀਆਂ ਸੰਸਾਰ ਦੀਆਂ ਮੰਗਾਂ ਫਿਰ ਪਿੱਛੇ ਰਹਿ ਜਾਂਦੀਆਂ ਨੇ ਤੇ ਫਿਰ ਤਾਂ ਇੱਕ ਨਾਮ ਹੀ ਰਹਿ ਜਾਂਦਾ ਹੈ। ਨਾਮ ਦੇ ਨਾਲ ਪ੍ਰਮਾਤਮਾ ਦਾ ਮਿਲਾਪ ਹੈ, ਪ੍ਰਮਾਤਮਾ ਦੇ ਮਿਲਾਪ ਦੇ ਨਾਲ ਸਾਰਾ ਕੁਝ ਆਪਣੇ ਆਪ ਹੀ ਆ ਜਾਂਦਾ ਹੈ। ਤਾਂ ਸਤਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰ ਦਿੰਦੇ ਨੇ। ਵੱਡਿਆਂ ਨੇ ਜਪਿਆ, ਉਹਨਾਂ ਨੇ ਜਪਣ ਦੀ ਪ੍ਰੇਰਨਾ ਦਿੱਤੀ। ਜਿੱਥੇ ਮਰਜੀ ਰਹੇ, ਜਿਵੇਂ ਸਾਰੀ ਧਰਤੀ 'ਚ ਪਾਣੀ ਹੈ, ਪਰ ਪਾਣੀ ਉੱਥੋਂ ਪ੍ਰਾਪਤ ਹੋਏਗਾ ਜਿੱਥੇ ਸੰਗਤ ਦੀ ਬੋਰ ਕੀਤਾ ਹੋਵੇ। ਆਪਣੇ ਘਰ ਨੇ ਜੇ ਸਾਰੀ ਧਰਤੀ 'ਚ ਕਹਿੰਦੇ ਪਾਣੀ ਹੈ, ਫਿਰ ਆਪਣੇ ਘਰ 'ਚ ਕਿਉਂ ਨਹੀਂ? ਨਲਕਾ ਸਾਧਨ ਹੈ, ਨਲਕਾ ਪਾਣੀ ਨਹੀਂ ਹੈ। ਮੋਟਰਾਂ ਜਿੰਨੇ ਟਿਊਬਵੈੱਲ ਲੱਗੇ ਨੇ ਸਾਧਨ ਨੇ ਪਾਣੀ ਨੂੰ ਪ੍ਰਾਪਤ ਕਰਨ ਦੇ, ਪਰ ਮੋਟਰਾਂ ਸੰਗਤ ਦੀ ਪਾਣੀ ਨਹੀਂ, ਇਹ ਤਾਂ ਸਾਧਨ ਨੇ। ਜਿੰਨੇ ਸਾਡੇ ਧਾਰਮਿਕ ਕਰਮ ਨੇ, ਕੋਈ ਵੀ ਕਰਮ ਕਰ ਰਿਹਾ ਹੈ, ਗੁਰੂ ਦੇ ਨਾਲ ਪ੍ਰੇਮ ਦੇ ਨਾਲ ਸੰਬੰਧ ਜੋੜ ਰਿਹਾ ਹੈ, ਚਾਹੇ ਗੁਰਦੁਆਰਾ ਸਾਹਿਬ ਨੇ, ਚਾਹੇ ਧਾਰਮਿਕ ਮੰਦਰ ਨੇ, ਇਹ ਸਾਰੇ ਹੀ ਸਾਡੇ ਸਾਧਨ ਨੇ। ਪਰ ਸਾਧਨਾ ਆਪਾਂ ਨੂੰ ਕਰਨੀ ਪੈਣੀ ਹੈ। ਇਹ ਸਾਨੂੰ ਪ੍ਰੇਰਤਾ ਦੇ ਸਕਦਾ, ਜਪਣਾ ਆਪਾਂ ਨੂੰ ਪੈਣਾ। ਮਹਾਂਪੁਰਖ ਸਾਧਨ ਨੇ, ਪਰ ਸੰਗਤ ਜੀ ਜਿਨ੍ਹਾਂ ਨੇ ਸਾਧਨਾ ਕੀਤੀਆਂ, ਅਸੀਂ ਉਹਨਾਂ ਦੀਆਂ ਯਾਦਾਂ 'ਚ ਜੁੜਦੇ ਹਾਂ। ਸਮਾਂ ਹੋ ਚੁੱਕਾ ਹੈ ਨੇੜੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਇਹ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਹੈ। ਨਹੀਂ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੰਗਾ ਘਰ ਜੋ ਤੀਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਨਾਮ ਨਾ ਮੁਕਤ ਹੋਏ। ਇਉਂ ਕਹਿ ਮੈਂ ਕਬੀਰ, ਨਾਮ ਤੋਂ ਬਗੈਰ ਮੁਕਤੀ ਨਹੀਂ ਹੈ। ਪਰ ਸੰਗਤ ਜੀ ਆਪ ਮੁਕਤ ਕਰੇ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਅਸੀਂ ਉਹਨਾਂ ਨੂੰ ਵਾਰ-ਵਾਰ ਨਮਸਕਾਰ ਹੈ। ਕਲਗੀਧਰ ਮਹਾਰਾਜ ਜੀ ਨੂੰ ਨਮਸਕਾਰ ਹੈ। ਨਾ ਕਹੂੰ ਅਬ ਕੀ, ਨਾ ਕਹੂੰ ਕਬ ਕੀ, ਅਗਰ ਨਾ ਹੋਤੇ ਸ੍ਰੀ ਗੁਰੂ ਗੋਬਿੰਦ ਸਿੰਘ, ਸੁਨਤ ਹੋਤੀ ਸਭ ਕੀ। ਇਹ ਬਾਲਾ ਪ੍ਰੀਤਮ ਜੀ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਅਸੀਂ ਦੇਣ ਨਹੀਂ, ਨਾ ਅਸੀਂ ਮਹਾਂਪੁਰਖਾਂ ਦੀਆਂ ਦੇਣਾ ਦੇ ਸਕਦੇ ਹਾਂ, ਜਿਨ੍ਹਾਂ ਨੇ ਉਂਗਲਾਂ ਫੜ ਕੇ ਸਾਨੂੰ ਇੱਧਰ ਵੱਲ ਲਾਇਆ। ਪਰ ਸੰਗਤ ਜੀ, ਪਰ ਇਹ ਵਾਹਿਗੁਰੂ ਜੀ ਦੀ ਕਿਰਪਾ ਹੈ, ਬਖਸ਼ਿਸ਼ ਹੈ। ਜਿੰਨੇ ਕੋਈ ਸਾਧਨਾ ਕਰਦਾ ਹੈ, ਉਹਦਾ ਉਨਾ ਹੀ ਫਲ ਹੈ, ਜਿੰਨੀ ਕਿਸੇ ਦੀ ਭਾਵਨਾ ਹੈ। ਸਤਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਆਓ ਮਹਾਂਪੁਰਖ ਸ਼ਬਦ ਵੀ ਪੜਿਆ ਕਰਦੇ ਸੀ, ਆਪਾਂ ਵੀ ਪੜੀਏ, ਫਿਰ ਸਾਰੀ ਸੰਗਤ ਗੁਰਸੁਖ ਸਾਹਿਬ ਦੇਣਾ।
ਜੀ ਭਾਵੇਂ ਗੰਗਾ ਦੇ ਕਿਨਾਰੇ ਕਾਰੇ ਪਾਲੇ ਮੁਕਤੀ ਨਾ ਹੋਣੀ ਨਾਮ ਭਾਵੇਂ ਗੰਗਾ ਦੇ ਕਿਨਾਰੇ ਕਾਰੇ ਪਾਲੇ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ ਮੁਕਤੀ ਨਾ ਹੋਵੇ ਨਾਮ ਤੋਂ ਬਿਨਾ ਭਾਵੇਂ ਗੰਗਾ ਦੇ ਕਿਨਾਰੇ ਕਰ ਪਾਲੇ ਮੁਕਤੀ ਨਾ ਹੋਈ ਨਾਮ ਤੋਂ ਬਿਨਾ ਸਤਿਗੁਰ ਸਦਾ ਦਿਆਲ ਹੈ ਭਾਈ ਵਾਹਿਗੁਰੂ ਦਾ ਦਿਆਲ ਹੈ ਪਰ ਬਿਨ ਭਾਵਨ ਹੈ ਭਾਈ ਸਾਨੂੰ ਭਾਵ ਬਣਾਉਣਾ ਪੈਣਾ ਏਕ ਨਜ਼ਰ ਕਰ ਵੇਖੈ ਸਭ ਉੱਪਰ ਉਹੀ ਨਜ਼ਰ ਇੱਕ ਨਜ਼ਰ ਸੀ ਸੰਗਤ ਦੀ ਉਹੀ ਨਜ਼ਰ ਰਾਣੀ ਮੈਣੀ ਦੇ ਉੱਪਰ ਹੈ ਉਹੀ ਨਜ਼ਰ ਪੰਡਤ ਸਿਰਦਾ ਦੇ ਉੱਪਰ ਹੈ ਏਕ ਨਜ਼ਰ ਵੇਖੈ ਸਭ ਉੱਪਰ ਜਿਹਾ ਭਾਉ ਤੇਹਾ ਫਲ ਪਾਈਏ ਗੁਰੂ ਇੱਕ ਹੈ ਗੁਰੂ ਦੀ ਨਜ਼ਰ ਇੱਕ ਹੈ ਮਹਾਂਪੁਰਖ ਇੱਕ ਨੇ ਬ੍ਰਹਮ ਗਿਆਨੀਆਂ ਦੀ ਨਜ਼ਰ ਸਾਰਿਆਂ ਤੇ ਇੱਕ ਹੈ ਪਰ ਸਾਡੀ ਭਾਵਨਾ ਇੱਥੇ ਆ ਕੇ ਕਮਜ਼ੋਰ ਹੈ ਜਿਹਾ ਭਾਉ ਤੇਹਾ ਫਲ ਪਾਈਏ ਜਿਹੇ ਜੀ ਸਾਡੀ ਭਾਵਨਾ ਜਿਹੇ ਜੀ ਸਾਡੀ ਸਰਦਾ ਹੈ ਭਾਵਨਾ ਕੈਸੀ ਹੈ ਇਸ ਤਰ੍ਹਾਂ ਕਹਿ ਲਓ ਜਿਵੇਂ ਸੰਗਤ ਦੀ ਸਿਰਫ 2 ਮਿੰਟ ਦੇ ਨਾਲ ਮੈਂ ਸਮਾਪਤੀ ਕਰ ਇਸ ਤਰ੍ਹਾਂ ਕਹਿ ਲਓ ਇੱਕ ਪਨਹਾਰੀ ਪਾਣੀ ਭਰਦੀ ਹੈ ਸਮੁੰਦਰ ਦੇ ਕੰਢੇ ਚਲੀ ਜਾਂਦੀ ਹੈ ਬਹੁਤ ਸਾਰੀਆਂ ਗਾਗਰਾਂ ਰੱਖ ਕੇ ਪਾਣੀ ਲੈ ਕੇ ਆਉਂਦੀਆਂ ਨੇ ਇੱਕ ਪਨਹਾਰੀ ਖੂਹ ਦੇ ਵਿੱਚੋਂ ਬੜੀ ਮਿਹਨਤ ਦੇ ਨਾਲ ਪਾਣੀ ਬਾਹਰ ਕੱਢਦੀ ਹੈ ਫਿਰ ਘੜੇ 'ਚ ਪਾਉਂਦੀ ਹੈ ਜਦੋਂ ਘੜਾ ਭਰ ਗਿਆ ਉਹਨੇ ਦੂਜੀਆਂ ਵੱਲ ਝਾਤੀ ਮਾਰੀ ਜਿਹੜੀਆਂ ਸਮੁੰਦਰ ਦੇ ਕੰਢੇ ਤੋਂ ਪਾਣੀ ਭਰ ਰਹੀਆਂ ਸੀ ਉਹਨਾਂ ਨੇ ਫਟਾਫਟ ਸਮੁੰਦਰ ਤੋਂ ਪਾਣੀ ਭਰਿਆ ਸਿਰ ਤੇ ਚੱਕਣ ਲੱਗੀਆਂ ਇਹਨੇ ਉਹਨਾਂ ਵੱਲ ਦੇਖਿਆ ਇਹਨੇ ਆਪਣੇ ਵਾਲੇ ਘੜੇ ਵੱਲ ਵੀ ਲੱਤ ਮਾਰੀ ਡੋਲ ਦਿੱਤਾ ਹੈ ਸਮੁੰਦਰ ਕਿੱਡਾ ਵੱਡਾ ਮੈਂ ਖੂਹ ਤੋਂ ਇੰਨਾ ਚਿਰ ਹੋ ਗਈ ਪਾਣੀ ਭਰਦੇ ਨੂੰ ਕਦੇ ਬਾਹਰ ਕੱਢਦੀਆਂ ਮਿਹਨਤ ਕਰਨੀ ਪੈਂਦੀ ਹੈ ਕਿਉਂ ਨਾ ਮੈਂ ਵੀ ਸਮੁੰਦਰ ਦੀ ਇੱਜ਼ਤ ਜਦੋਂ ਲੱਤ ਮਾਰ ਕੇ ਡੋਲਿਆ ਪਾਣੀ ਭਰਿਆ ਹੋਇਆ ਕੋਲ ਮਹਾਤਮਾ ਬੈਠਾ ਸੀ ਪਨਹਾਰੀ ਨੂੰ ਪੁੱਛਦਾ ਪਨਹਾਰੀ ਕਿੱਥੇ ਚੱਲੀ ਆ ਕਹਿੰਦੀ ਸੰਤ ਜੀ ਦੇਖੋ ਸਮੁੰਦਰ ਕਿੱਡਾ ਵੱਡਾ ਹੈ ਮੈਂ ਉੱਥੋਂ ਪਾਣੀ ਭਰਨ ਚੱਲੀ ਹੈ ਮਹਾਤਮਾ ਕਹਿੰਦਾ ਉਹ ਤਾਂ ਦੇਖ ਠੀਕ ਹੈ ਸਮੁੰਦਰ ਵੱਡਾ ਹੈ ਖੂਹ ਛੋਟਾ ਹੈ ਪਰ ਉਹਦੇ ਘੜੇ ਵੱਲ ਤਾਂ ਝਾਤੀ ਮਾਰ ਲੈ ਘੜਾ ਤਾਂ ਉੱਡਾ ਹੀ ਹੈਗਾ
घड़ा तेरा उड्डा ही है, चाहे पानी खूह तो भर चाहे समुंदर तो भर, पर समुंदर वड्डा है, पर जे समुंदर दे कोल जाना तो अपना घड़ा भी वड्डा कर ले। गुरु वड्डा है, परमात्मा वड्डा है। कई बार असीं कहते हैं ये छोटा है वो वड्डा है, नहीं, छोटे वड्डे दी नहीं, साडी श्रद्धा छोटी है, किसी की वड्डी है। तुसीं श्रद्धा वड्डी बना लो ते वड्डियां वस्तुआं पै जाणे। एक नज़र वेखै सब ऊपर, जिहा भाओ तिहा फल पाइए। सतगुरु किरपा करन। आओ आप जी नूं हुण महापुरख सब की हाजरी नाल जोड़नगे, समाप्ति करनगे। नाले धन्नवाद श्री गुरु ग्रंथ साहिब जी का, धन्नवाद समੁੱਚੀ संगत का। सतगुरु जी का जस करते हैं। होइयां भुलां दी खिमा। वाहिगुरू जी का खालसा, वाहिगुरू जी।